जय मालकां दी। होर सुनाओ, सारे ठीक हो तुसीं? की गल है, अज दिवाली का दिन है, तुहाडे चेहरे ते फुल झड़ियां है नहीं, स्माइल रुकी है। अज तो ज़्यादा स्माइल होनी चाहिए है, ठीक है, क्योंकि आह फुल झड़ियां तो बहुत चलाइयां, इदा बच्चे फड़ के घुमाते रहते हैं ना, थोड़ा आह चलाया करो, यानी आ भी एक इदा मतलब फुल झड़ी तुहाडे चेहरे तो हसी दे फुल झड़न, क्योंकि असली फुल झड़ी तो यह है। आह चलाने वास्ते सानू 365 दिनों बाद इंतजार करना पैंदा दिवाली का, पर आह फुल झड़ी तुसीं जदों मर्जी चला सकते हो, ये तो अपने हत्थ च, चाहे दिन 24 घंटे चलाई जाइए असीं, ठीक है। इसलिए जरा चला के दिखाओ एक बार। क्योंकि एक तो वीरवार समझते हो कि नहीं, और उपरों दिवाली, ये तो उही हो गया कि एक तो असीं पहले आनंद च रहिंदे, उपरों होर खुशी का दिन आ गया। इसलिए किसी जीव ने सानू पूछा, मालको तुसीं खुश कदों, ज़्यादा खुश कदों रहिंदे हो? कोई कहीं तो हमेशा खुश रहीदा है, पर जो कोई दिन त्यौहार आ जाता तो होर ज़्यादा खुश हो जाइदा है, ठीक है। क्योंकि सानू खुश रहने वास्ते किसी दिन का इंतजार नहीं करना पैंदा। ਅਸੀਂ ਤਾਂ ਕਹਿੰਦੇ ਤੁਹਾਡੀ ਆਪਣੀ ਵੈਲਿਊ ਇਹ ਹੋਣੀ ਚਾਹੀਦੀ ਕਿ ਤੁਸੀਂ ਹਰ ਪਲ ਨੂੰ ਖੁਸ਼ਗਵਾਰ ਬਣਾ ਦਿਓ, ਠੀਕ ਹੈ। ਸਾਨੂੰ ਖੁਸ਼ ਰਹਿਣ ਵਾਸਤੇ ਕਿਸੇ ਦਿਨ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਅਸੀਂ ਖੁਦ ਇੱਦਾਂ ਦੇ ਆ ਕਿ ਜਿੱਥੇ ਜਾਈਦਾ ਉੱਥੇ ਖੁਸ਼ੀਆਂ ਵਿਖੇਰ ਦਿੰਦੇ ਆ, ਕਿਉਂਕਿ ਸਾਨੂੰ ਦੇਖ ਕੇ ਹੀ ਸਭ ਦੇ ਚਿਹਰੇ 'ਤੇ, ਸਭ ਦੇ ਹਿਰਦੇ 'ਚ ਖੁਸ਼ੀ ਆ ਜਾਂਦੀ ਹੈ, ਸਭ ਦੇ ਜੀਵਨ 'ਚ ਮੁਸਕਰਾਹਟ ਆ ਜਾਂਦੀ ਹੈ। ਇਸ ਕਰਕੇ ਅੱਜ ਵੀਰਵਾਰ ਦਾ ਦਿਨ ਵੀ ਹੈ, ਖੁਸ਼ੀਆਂ ਦਾ ਦਿਨ ਹੈ, नाल नाल दिवाली भी है, और तुसी सारे मालक दे दरबार च पहुँचे हो। बड़ा अज आनंद लेना है, असी आनंद लेना कि नहीं? केड़ा केड़ा आनंद की भावना नाल आया है, खुशी की भावना नाल आया? सारे आए हैं फिर ना, चलो फिर फुल झड़ी चलाते रहो विच विच। ठीक है, क्योंकि अज पता तो लगे कि भाई मालका के दरबार च बड़ियां फुल झड़ियां चलियां ना, ठीक है, बड़ियां स्माइलां, बड़े मुस्कुराहट, बड़ी खुशी सी। क्योंकि असी कहते असली मज़ा तो यह है, समझते हो? दुनिया इंतज़ार करती है कि कोई दिन त्यौहार आवे तो असी हसीए, मुस्कुराइए, खुशी मनाइए, अज खुशियां का दिन है। पर असी कहते जिहड़े मालिक नाल प्यार करने वाले है, वो इदां होने चाहिए कि उन्होंने तो हर पल, हर घड़ी, हर दिन ही खुशियां का त्यौहार होना चाहिए है। ਅਸੀਂ ਤਾਂ ਸਵਾਸ ਲੈ ਰਹੇ ਹਾਂ, ਇਹ ਵੀ ਖੁਸ਼ੀ ਦੀ ਗੱਲ ਹੈ। ਸਾਡੀਆਂ ਅੱਖਾਂ ਦੇਖ ਰਹੀਆਂ, ਇਹ ਵੀ ਖੁਸ਼ੀ ਦੀ ਗੱਲ ਹੈ। ਸਾਡਾ ਦਿਲ ਧੜਕ ਰਿਹਾ, ਇਹ ਵੀ ਖੁਸ਼ੀ ਦੀ ਗੱਲ ਹੈ ਜਾਂ ਨਹੀਂ? ਹੁਣ ਫਰਜ਼ ਕਰੋ ਕੋਈ ਤਿਉਹਾਰ ਦਿਨ ਖੁਸ਼ੀ ਦਾ ਆ ਗਿਆ, ਜਿੱਦਾਂ ਸਮਝ ਲਓ ਦੀਵਾਲੀ ਆ ਗਈ ਖੁਸ਼ੀ ਦੀ, ਬੰਦਾ ਕਹਿੰਦਾ ਖੁਸ਼ੀ ਦਾ, ਪਰ ਦਿਲ ਹੀ ਨਾ ਧੜਕੇ, ਤਾਂ ਫਿਰ ਉਹ ਖੁਸ਼ੀ ਦਾ ਦਿਨ ਹੋਣਾ ਜਾਂ ਮਰਨ ਦਿਨ ਹੋਣਾ ਹੈ, ਜਾਂ ਕਹਿ ਲਓ ਕਿ ਦੁੱਖ ਦਾ ਦਿਨ ਹੋਣਾ ਹੈ। ਇਸ ਕਰਕੇ ਅਸਲੀ ਖੁਸ਼ੀ ਬਾਹਰ ਨਹੀਂ ਹੈ, ਤੁਸੀਂ ਜੀਵਿਤ ਹੋ, ਤੁਹਾਡੀਆਂ ਸਵਾਸਾਂ ਚੱਲ ਰਹੀਆਂ ਹੈ, ਤੁਹਾਡੀਆਂ ਧੜਕਣਾਂ ਚੱਲ ਰਹੀਆਂ ਹੈ, ਇਹ ਹੈ ਅਸਲੀ ਖੁਸ਼ੀ। ਕਿਉਂਕਿ ਇਹ ਹੈ ਤਾਂ ਫਿਰ ਹੀ ਆ ਖੁਸ਼ੀਆਂ ਹੈ। ਅਗਰ ਇਹੀ ਨਹੀਂ, ਇਹੀ ਰੁਕ ਜਾਣ ਤਾਂ ਖੁਸ਼ੀ ਦਾ ਦਿਨ ਵੀ ਮਾਤਮ ਦਾ ਦਿਨ ਹੋ ਜਾਂਦਾ ਹੈ। ਜ਼ਰਾ ਸੋਚੋ, ਜੇ ਅੱਜ ਅਸੀਂ ਕਹਿ ਰਹੇ ਹਾਂ ਕਿ ਖੁਸ਼ੀ ਦਾ ਦਿਨ ਦੀਵਾਲੀ, ਪਰ ਜੇ ਅੱਜ ਕਿਸੇ ਦੇ ਘਰ 'ਚ ਕਿਸੇ ਦੀ ਡੈਥ ਹੋਈ ਹੋਵੇ ਤਾਂ ਉਹਦੇ ਵਾਸਤੇ ਖੁਸ਼ੀ ਦਾ ਹੋਣਾ ਜਾਂ ਮਾਤਮ ਦਾ ਹੋਣਾ ਹੈ? ਉਹਦੇ ਵਾਸਤੇ ਮਾਤਮ ਦਾ ਹੋਣਾ ਹੈ, ਕਿਉਂਕਿ ਇਹ ਸਾਰੀਆਂ ਖੁਸ਼ੀਆਂ ਸਵਾਸਾਂ ਨਾਲ ਹੀ ਹੈ, ਇਹ ਜੀਵਨ ਦੇ ਨਾਲ ਹੀ ਹੈ। और जीवन देने वाला, जीवन का दाता वो मालिक है। इसलिए चलो इदा बार बार कहना चंगा नहीं लगता, ठीक है। जिसलिए असीं इदा करिया करांगे, समझ लो फुल झड़ी चलानी है, समझ गए? एक अपने नाल हो गई सैटिंग। ठीक है, पहला देख तो लीए, समझ भी गए कि नहीं तुसीं, है ना? होर नहीं सत्संग में ऐवें करी जाइए तुसीं, ठीक है। कमाल की गल है। ਇਹ ਕਿੱਦਾਂ ਦੇ ਸਾਡੇ ਪਿਆਰੇ ਜਿਹੜੇ ਸਾਡੇ ਇਸ਼ਾਰਾ ਨਹੀਂ ਸਮਝਦੇ, ਕਿਉਂਕਿ ਪਿਆਰਾ ਤਾਂ ਉਹ ਹੁੰਦਾ ਜਿਹੜਾ ਮਾੜੇ ਜਿਹੇ ਇਸ਼ਾਰੇ ਨੂੰ ਹੁੰਦਾ ਕਿ ਨਹੀਂ, ਪਿਆਰੇ ਸਮਝ ਲੈਂਦੇ ਆ ਕਿ ਲੈ ਵੀ, ਕਿਉਂਕਿ ਜਿਹਨਾਂ ਦੇ ਦਿਲਾਂ 'ਚ ਇਸ਼ਕ ਹੈ ਉਹ ਤਾਂ ਇੱਕ ਇਸ਼ਾਰੇ ਨੂੰ ਸਮਝ ਲੈਂਦੇ ਆ ਕਿ ਬਈ ਮੇਰਾ ਪਿਆਰਾ ਇਸ਼ਾਰਾ ਕੀ ਕਰ ਰਿਹਾ। ਤਾਂ ਹੀ ਤਾਂ ਅਸੀਂ ਕਹੀਦਾ ਨਾ, ਹਰ ਆਨ ਮੇਂ, ਹਰ ਬਾਤ ਮੇਂ, ਹਰ ਢੰਗ ਮੇਂ ਪਹਿਚਾਨ, ਆਸ਼ਿਕ ਹੈ ਤੋ ਦਿਲਵਰ ਕੋ ਹਰ ਇੱਕ रंग में पहचान। ਜਿਹੜੇ ਆਸ਼ਿਕ ਹੁੰਦੇ ਉਹ ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਹਰ ਰੰਗ 'ਚ ਪਹਿਚਾਨ ਲੈਂਦੇ ਆ ਕਿ ਉਹ ਚਾਹੁੰਦਾ ਕੀ ਹੈ। ਸਮਝਦੇ ਹੋ ਕਿ ਨਹੀਂ?
ਹੁਣ ਤੁਸੀਂ ਸਮਝ ਲਓ ਮਾਲਕ ਕੀ ਚਾਹੁੰਦੇ ਹੈ। ਮਾਲਕ ਚਾਹੁੰਦੇ ਤੁਸੀਂ ਸਦਾ ਹੱਸਦੇ ਮੁਸਕਰਾਉਂਦੇ ਖੁਸ਼ ਰਹੋ। ਖੁਸ਼ ਹੋ ਕਿ ਨਹੀਂ? ਜਾਂ ਕਿਹੜਾ ਕਿਹੜਾ ਦਿਲੋਂ ਖੁਸ਼ ਹੈ ਤੇ ਕਿਹੜਾ ਕਿਹੜਾ ਉੱਪਰੋਂ? ਇਹ ਤੁਸੀਂ ਉੱਪਰ ਵਾਲੇ ਆ ਕਿ ਥੱਲੇ? ਕਿਉਂਕਿ ਹੱਥ ਬੜਾ ਵੱਡੇ ਖੜੇ ਕਰ ਦਿੱਤੇ, ਹੁਣ ਸਮਝ ਨਹੀਂ ਆਉਂਦੀ ਉੱਪਰ ਵਾਲੇ ਆ ਕਿ ਇਹ ਦਿਲ ਵਾਲੇ ਹੈ। ਅੱਛਾ, ਇਹ ਦਿਲੋਂ ਆ, ਇਹ ਠੀਕ ਹੈ। ਅੱਜ ਟਾਈਮ ਹੈ, ਕਿਉਂਕਿ ਅੱਗੇ ਸਤਸੰਗ 2 ਵਜੇ ਸ਼ੁਰੂ ਹੁੰਦਾ, ਅੱਜ ਟਾਈਮ ਹੈ ਸੀ ਅੱਜ ਥੋੜ੍ਹੀਆਂ ਜਿਹੀਆਂ ਪਹਿਲਾਂ ਆਪਣੇ ਪਿਆਰਿਆਂ ਨਾਲ ਖੁਸ਼ੀ ਦੀਆਂ ਗੱਲਾਂ ਕਰ ਲਈਏ। ਠੀਕ ਹੈ, ਖੁਸ਼ੀ ਲੈ ਵੀ ਲਈਏ ਤਾਂ ਖੁਸ਼ੀ ਵੰਡ ਵੀ ਦਈਏ। ਸੋ ਅੱਜ ਦੀਵਾਲੀ ਦਾ ਦਿਨ, ਵੀਰਵਾਰ ਦਾ ਦਿਨ, ਕਾਫੀ ਜੀਵਾਂ ਨੇ ਸਾਨੂੰ ਕਿਹਾ ਹੈਪੀ ਦੀਵਾਲੀ। ਸੋ ਅਸੀਂ ਸਾਰਿਆਂ ਨੂੰ ਇਕੱਠਿਆਂ ਨੂੰ ਕਹਿ ਦਿੰਦੇ ਹੈਪੀ ਦੀਵਾਲੀ। ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਠੀਕ ਹੈ, ਕਿਉਂਕਿ ਉੱਦਾਂ ਜਿੰਨਾ ਮਰਜ਼ੀ ਬੰਦਾ ਕਹੇ ਹੈਪੀ ਦੀਵਾਲੀ, ਪਰ ਸਹੀ ਮਾਇਨੇ 'ਚ ਇੱਥੇ ਆ ਕੇ ਹੈਪੀ ਹੁੰਦੀ ਹੈ। ਖੁਸ਼ੀ ਤਾਂ ਇੱਥੇ ਹੈ, ਸਮਝਦੇ ਹੋ ਕਿ ਨਹੀਂ? ਇਸ ਕਰਕੇ ਉੱਦਾਂ ਕਹਿਣ ਨਾਲ ਹੀ ਕੋਈ ਦਿਨ ਖੁਸ਼ੀਆਂ ਵਾਲਾ ਨਹੀਂ ਹੋ ਜਾਂਦਾ। ਸਮਝਦੇ ਹੋ ਕਿ ਨਹੀਂ? ਕੁਛ ਇੱਦਾਂ ਦਾ ਕਰਮ ਕਰਨਾ ਪੈਂਦਾ ਜਿਹਦੇ ਨਾਲ ਖੁਸ਼ੀਆਂ ਜੁੜੀਆਂ ਹੋਈਆਂ ਹੈ। ਹੁਣ ਕੋਈ ਘਰ ਬੈਠਾ ਹੋਵੇ, ਕੋਈ ਕਹੇ ਹੈਪੀ ਦੀਵਾਲੀ, ਭਾਈ ਕਾਹਦੀ ਹੈਪੀ? ਉਧਰੋਂ ਘਰ ਵਾਲੀ ਨੂੰ ਲੜ ਕੇ ਬੰਦਾ ਬੈਠਾ ਹੋਵੇ ਤਾਂ ਕਹਿਣਾ ਕਾਹਦੀ ਹੈਪੀ ਹੈ? 10 ਮਿੰਟ ਪਹਿਲਾਂ ਝਗੜਾ ਹੋ ਗਿਆ ਹਟਿਆ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆ ਕੁੱਤੇ ਖਾਣੀ ਹੋ ਕੇ ਹਟੀ। 10 ਮਿੰਟ ਪਹਿਲਾਂ ਤੂੰ ਕਹਿ ਰਿਹਾ ਹੈਪੀ ਦੀਵਾਲੀ। ਸੋ ਹੈਪੀ ਦੀਵਾਲੀ ਤਾਂ ਉਦੋਂ ਹੈ ਜਦੋਂ ਅਸੀਂ ਮਾਲਕ ਦੇ, ਆਪਣੇ ਮੁਰਸ਼ਦ ਦੇ ਚਰਨਾਂ 'ਚ ਬੈਠੇ ਹੋਈਏ। ਅੱਛਾ, ਤੁਹਾਡੇ ਨਾਲ ਤਾਂ ਨਹੀਂ ਕਿਸੇ ਨਾਲ ਹੋਈ? ਚਲੋ ਹਾਂ, ਖੁਸ਼ੀ ਦੀ ਗੱਲ ਹੈ। ਹੋਵੇ ਵੀ ਨਾ ਕਿਸੇ ਨਾਲ, ਸਾਰਿਆਂ ਦਾ ਪਿਆਰ ਹੋਵੇ, ਮੁਹੱਬਤ ਹੋਵੇ, ਕਿਉਂਕਿ ਇਹ ਜ਼ਿੰਦਗੀ ਮਿਲੀ ਹੈ। ਤਾਂ ਹੀ ਤਾਂ ਗੁਰੂ ਰਹਿਬਰ ਵੀ ਇਹ ਫਰਮਾਉਂਦੇ ਹੈ ਕਿ ਜਿਹੜੇ ਤਿਉਹਾਰ ਹੁੰਦੇ ਹੈ, ਇਹ ਸਾਨੂੰ ਇੱਕ ਸਿੱਖਿਆ ਦਿੰਦੇ ਹੈ ਕਿ ਅਸੀਂ ਆਪਣੇ ਜੀਵਨ 'ਚ ਹਰ ਵੇਲੇ ਹਾਏ ਹਾਏ ਦੁੱਖ 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 ਹੀ ਕਰਦੇ ਰਹਿੰਦੇ, ਕਦੀ ਕਦੀ ਹੱਸੀਏ ਵੀ, ਮੁਸਕਰਾਈਏ ਵੀ, ਗਮਾਂ ਨੂੰ ਭੁੱਲ ਕੇ ਖੁਸ਼ੀ ਵੀ ਮਨਾਈਏ। ਇਸ ਲਈ ਅਸੀਂ ਦੱਸਿਆ ਕਿ ਅਸੀਂ ਤਾਂ ਚਾਹੁੰਦੇ ਸਾਡੇ ਪਿਆਰੇ ਹਰ ਪਲ ਹਰ ਘੜੀ ਖੁਸ਼ ਰਹਿਣ, ਹੱਸਦੇ ਮੁਸਕਰਾਉਂਦੇ ਰਹਿਣ, ਤਾਂ ਕਿ ਜੀਵਨ ਦਾ ਇੱਕ ਇੱਕ ਜੋ ਪਲ ਹੈ, ਇੱਕ ਇੱਕ ਘੜੀ ਜੋ ਹੈ, ਇਹ ਪੂਰੀ ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਗੁਜ਼ਰੇ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਤਾਂ ਕਿ ਬੰਦਾ ਕਵੇ ਜ਼ਿੰਦਗੀ ਜੀਣ ਦਾ ਮਜ਼ਾ ਆ ਗਿਆ। ਕਈ ਵਾਰ ਸੋਚੀਦਾ ਜ਼ਿੰਦਗੀ 'ਚ ਇੰਨਾ ਆਨੰਦ ਹੈ ਕਿ ਇਹ ਕਈ ਕਹਿੰਦੇ ਆ ਮੋਕਸ਼ ਮਿਲੇ, ਮੁਕਤੀ ਮਿਲੇ, ਪਰ ਅਸੀਂ ਆਪਣਾ ਦੱਸਦੇ ਕਹਿੰਦੇ ਜੀਵਨ 'ਚ ਇੰਨਾ ਆਨੰਦ ਹੈ। ਅਸੀਂ ਤਾਂ ਕਹਿੰਦੇ ਪਰਮਾਤਮਾ ਇੱਕ ਵਾਰ ਫਿਰ ਇਹ ਆਨੰਦ ਲੈਣ ਨੂੰ ਦਿਲ ਕਰਦਾ, ਇੱਕ ਵਾਰ ਫਿਰ ਜ਼ਿੰਦਗੀ ਮਿਲੇ ਤਾਂ ਕਿ ਫਿਰ ਇਹ ਆਨੰਦ ਲਈਏ, ਫਿਰ ਜ਼ਿੰਦਗੀ ਮਿਲੇ ਤਾਂ ਕਿ ਆਨੰਦ ਲਈਏ ਔਰ ਦੂਜਿਆਂ ਨੂੰ ਆਨੰਦ ਦਿੰਦੇ ਚਲੇ ਜਾਈਏ। ਇਸ ਲਈ ਜਦ ਤੱਕ ਇਹ ਸੰਸਾਰ ਨੇ ਰਹਿਣਾ ਹੈ, ਅਸੀਂ ਇੱਦਾਂ ਹੀ ਆਨੰਦ ਵੰਡਦੇ ਰਹਿਣਾ ਹੈ, ਆਉਂਦੇ ਰਹਿਣਾ ਔਰ ਆਨੰਦ ਦਿੰਦੇ ਰਹਿਣਾ ਹੈ ਅਸੀਂ, ਕਿਉਂਕਿ ਅਸੀਂ ਰੁਕਣ ਵਾਲੇ ਹੈ ਨਹੀਂ। ਉਹ ਮੰਗਦੇ ਆ ਕਿ ਦੁਬਾਰਾ ਜੀਵਨ ਨਾ ਮਿਲੇ ਜਿਨ੍ਹਾਂ ਨੇ ਜੀਵਨ 'ਚ ਆਨੰਦ ਨੂੰ, ਖੁਸ਼ੀ ਨੂੰ ਜਾਣਿਆ ਹੀ ਨਹੀਂ ਹੈ। ਅਸੀਂ ਤਾਂ ਕਹਿੰਦੇ ਜੀਵਨ 'ਚ ਆਨੰਦ ਇੰਨਾ ਹੈ ਕਿ ਵਾਰ-ਵਾਰ ਆਉਣ ਨੂੰ ਦਿਲ ਕਰਦਾ ਹੈ, ਵਾਰ-ਵਾਰ ਆਨੰਦ ਲੈਣ ਨੂੰ ਔਰ ਆਨੰਦ ਵੰਡਣ ਨੂੰ। ਸਮਝਦੇ ਹੋ ਕਿ ਨਹੀਂ? ਮਜ਼ਾ ਤਾਂ ਇਹਦੀ ਹੈ ਨਾ ਜ਼ਿੰਦਗੀ ਦਾ। ਇਸ ਲਈ ਇਹ ਜ਼ਿੰਦਗੀ ਨੂੰ ਆਨੰਦਮਈ ਬਣਾਓ। ਔਰ ਇਹ ਆਨੰਦਮਈ ਕਦੋਂ ਬਣਦੀ ਹੈ? ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਆਪਣੇ ਮਾਲਿਕ ਦੇ ਨਾਲ ਜੋੜ ਦਿੰਦੇ ਹਾਂ, ਕਿਉਂਕਿ ਉੱਥੇ ਤਾਂ ਸਾਰੀਆਂ ਖੁਸ਼ੀਆਂ ਹੈ, ਉੱਥੇ ਤਾਂ ਸਾਰਾ ਆਨੰਦ ਹੈ। ਇਸ ਲਈ ਆਓ ਹੁਣ ਸਤਸੰਗ ਦੇ ਨਾਲ ਆਪਣੀ ਸੁਰਤੀ ਨੂੰ ਜੋੜੀਏ। ਔਰ ਜਿੱਦਾਂ ਦੱਸਿਆ ਕਿ ਹੈਪੀ ਦੀਵਾਲੀ, ਉਹਦੇ ਵਾਸਤੇ, ਹੈਪੀ ਹੋਣ ਵਾਸਤੇ ਕੁਝ ਕਰਮ ਕਰਨੇ ਪੈਂਦੇ ਹੈ। ਔਰ ਜਦੋਂ ਇਨਸਾਨ ਸਤਸੰਗ ਦੇ ਵਿੱਚ ਆਉਂਦਾ ਹੈ, ਮਾਲਿਕ ਦੇ ਘਰ 'ਚ ਆ ਜਾਂਦਾ, ਸਮਝ ਲਓ ਉਹ ਕਰਮ ਕਰ ਰਿਹਾ ਜਿਹਦੇ ਨਾਲ ਵਾਕਿਆ ਹੀ ਹੁਣ ਹੈਪੀ ਦੀਵਾਲੀ ਨਹੀਂ, ਹੈਪੀ ਲਾਈਫ ਹੋਣੀ ਹੈ ਇਹਦੀ। ਕਿਉਂਕਿ ਦੀਵਾਲੀ ਤਾਂ ਜਿੱਦਾਂ ਦੱਸਿਆ 365 ਦਿਨਾਂ ਬਾਅਦ ਆਉਂਦੀ ਹੈ, ਪਰ ਲਾਈਫ ਤਾਂ ਹਰ ਪਲ ਚੱਲ ਰਹੀ ਹੈ। ਜ਼ਿੰਦਗੀ ਤਾਂ ਹਰ ਪਲ, ਹਰ ਮਿੰਟ, ਹਰ ਸਕਿੰਟ ਚੱਲ ਰਹੀ ਹੈ। ਸੋ ਸਾਡੇ ਕਰਮ ਐਸੇ ਹੋਣੇ ਚਾਹੀਦੇ ਕਿ ਸਾਡਾ ਹਰ ਪਲ ਹੀ ਖੁਸ਼ੀਆਂ ਭਰਿਆ ਹੋਵੇ। ਅਸੀਂ ਕਹਿ ਸਕੀਏ ਕਿ ਹੈਪੀ ਦੀਵਾਲੀ ਦਾ ਭਾਈ ਉਹਨਾਂ ਨੂੰ ਜਿਹੜੇ 364 ਦਿਨ ਦੁਖੀ ਰਹਿੰਦੇ ਹੈ। ਅਸੀਂ ਤਾਂ ਹਰ ਪਲ ਹੀ ਬੁੱਲੇ ਸ਼ਾਹ ਵਾਂਗੂ 24,000 ਨਮਾਜ਼ ਫਕਰ ਦੀ ਤੂੰ 5 ਕਿਹੜੀਆਂ ਪੜ੍ਹਦਾ। ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਜਿਹੜਾ ਮੌਲਾ ਮੌਲਾ ਕਰਦਾ ਕਿ ਸਾਡੀ ਤਾਂ ਹਰ ਸਾਹ ਨਾਲ ਹੀ ਖੁਸ਼ੀ ਹੈ, ਹਰ ਸਾਹ ਨਾਲ ਹੀ ਆਨੰਦ ਹੈ, ਹਰ ਸਾਹ ਨਾਲ ਹੀ ਸਕੂਨ ਹੈ, ਹਰ ਸਾਹ ਨਾਲ ਹੀ ਅਸੀਂ ਉਹ ਆਨੰਦ ਪਾ ਰਹੇ ਹਾਂ ਕਿ ਹੁਣ ਇਸ ਆਨੰਦ ਨੂੰ ਪਾਉਣ ਵਾਸਤੇ ਕਿਸੇ ਖਾਸ ਦਿਨ ਤਿਉਹਾਰ ਦੀ ਇੰਤਜ਼ਾਰ, ਉਡੀਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸਾਨੂੰ। ਠੀਕ ਹੈ, ਫਿਰ ਸੁਆਓ ਇਹ ਆਨੰਦ ਨੂੰ ਹੋਰ ਵਧਾਈਏ ਔਰ ਆਨੰਦ ਨਾਲ ਜੀਣ ਦੀ ਕਲਾ ਨੂੰ ਸਿੱਖੀਏ ਔਰ ਆਪਣੇ ਜੀਵਨ ਨੂੰ ਮਾਲਕ ਦੀਆਂ ਰਹਿਮਤਾਂ ਨਾਲ, ਖੁਸ਼ੀਆਂ ਨਾਲ ਭਰਪੂਰ ਕਰੀਏ। ਸ਼ੁਕਰ ਹੈ, ਯਾਦ ਰੱਖਣਾ ਤੁਸੀਂ। ਠੀਕ ਹੈ, ਭੁੱਲਿਓ ਨਾ ਇਹ ਵਿਕਟਰੀ ਵੀ ਹੁੰਦੀ ਹੈ, ਵਿਨਰ ਵੀ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਔਰ ਵੈਸੇ ਇਹਨੂੰ
ਰੋਮਨ ਲਿਪੀ ਹੁੰਦੀ ਨਾ ਇੱਕ ਇੰਗਲਿਸ਼ ਆਪਾਂ ਉਹ ਕਰਦੇ ਆ, ਨੰਬਰ ਹੁੰਦੇ ਆ, ਤੇ ਕਿੰਨੇ ਨੰਬਰ ਬਣਦੇ? 5 ਮਾਰਚ, ਠੀਕ ਹੈ। ਇਸ ਕਰਕੇ ਠੀਕ ਹੈ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 5 ਤੱਤਾਂ ਤੋਂ ਪਰਮਾਤਮਾ ਨੇ ਸਾਨੂੰ ਬਣਾਇਆ। 5 ਪੀਰ ਹੈ, 5 ਪਿਆਰੇ ਹੈ। 5 ਦੀ ਬੜੀ ਅਹਿਮੀਅਤ ਹੈ ਸਾਡੇ ਜੀਵਨ 'ਚ। ਤਾਂ ਹੀ ਸਾਨੂੰ ਵੀ ਪਰਮਾਤਮਾ ਨੇ 5 ਤਰੀਕ ਨੂੰ ਭੇਜਿਆ ਦੁਨੀਆ ਤੇ ਕਿ 5 ਹੀ 5 ਰਹਿ ਜਾਓ, ਠੀਕ ਹੈ। ਔਰ ਨਾਲ ਹੋਲੀ ਦਾ ਦਿਨ ਵੀ ਸੀ। ਔਰ ਹਮੇਸ਼ਾ ਦੱਸੀ ਦਾ ਖੁਸ਼ੀਆਂ ਦੇ ਰੰਗ ਭਰਨਾ ਹੈ ਤੁਹਾਡੇ ਜੀਵਨ 'ਚ, ਔਰ ਇਹ ਭਰ ਕੇ ਜਾਣਾ ਹੈ। ਤੁਸੀਂ ਜਿੰਨਾ ਮਰਜ਼ੀ ਦੌੜੀ ਜਾਓ, ਕਿੱਥੇ ਤੱਕ ਦੌੜੋਗੇ? ਕਿਉਂਕਿ ਉਹਦੀ ਰਹਿਮਤ ਦੀ ਪਚਕਾਰੀ ਤੁਹਾਨੂੰ ਉੱਥੇ ਤੱਕ ਵੀ ਕਵਰ ਕਰ ਲਏਗੀ, ਠੀਕ ਹੈ ਨਾ। ਜਾਣਾ ਕਿੱਥੇ? ਮਾਲਕ ਦੀ ਰਹਿਮਤ, ਮਾਲਕ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ। ਸੋ ਆਓ ਫਿਰ ਤਿਆਰ ਹੋ, ਹੁਣ ਖੁਸ਼ ਹੋ ਤੇ ਕਹਿ ਦਿਓ ਮੈਂ ਬਹੁਤ ਦਿਲੋਂ ਗਿਆ ਨਾ, ਕਿਉਂਕਿ ਮੇਰਾ ਮਾਲਿਕ ਮੇਰੇ। ਆਓ ਫਿਰ ਹੁਣ ਸਤਸੰਗ ਦੀ ਰਹਿਮਤ ਨੂੰ ਪ੍ਰਾਪਤ ਕਰਕੇ ਜੀਵਨ ਸਫਲ ਬਣਾਈਏ। ਜੈ ਮਾਲਕਾਂ ਦੀ, ਜੈ ਮਾਲਕਾਂ ਦੀ, ਜੈ ਮਾਲਕਾਂ ਦੀ। ਸੋ ਇਸ ਤੋਂ ਪਹਿਲਾਂ ਕਿ ਸਤਸੰਗ ਦੀ ਸ਼ੁਰੂਆਤ ਕਰੀਏ, ਕਿ ਜੀ ਬੈਠੇ ਹੈ ਹੁਸ਼ਿਆਰਪੁਰ ਇਸਲਾਮਾਬਾਦ ਤੋਂ। ਉਹਨਾਂ ਨੇ ਹੁਣੇ ਸੇਵਾਦਾਰ ਕੋ ਬੇਨਤੀ ਭੇਜੀ ਕਿ ਮਾਲਕ ਇਹ ਜ਼ਰੂਰ ਜੀਵਾਂ ਨੂੰ ਦੱਸ ਦੇਣ ਜੋ ਮਾਲਕਾਂ ਦੀ ਇਹਨਾਂ ਤੇ ਰਹਿਮਤ ਹੋਈ ਹੈ। ਤੇ ਜਰਾ ਖੜ ਜਾਓ ਤੁਸੀਂ। ਤੁਹਾਡਾ ਨਾਮ ਸੁਮਨ ਹੈ ਸ਼ਾਇਦ, ਸੁਮਨ ਨਾਮ ਹੈ ਇਹਨਾਂ ਦਾ। ਇਹ ਜੀਵ ਸਾਹਮਣੇ ਖੜੇ ਹੈ ਕਿ ਹਾਲੇ ਪਿਛਲੇ ਸ਼ਾਇਦ 1-2 ਵੀਰਵਾਰ ਪਹਿਲਾਂ ਹੀ ਆ ਕੇ ਇਹਨਾਂ ਨੇ ਬੇਨਤੀ ਕੀਤੀ ਸੀ। ਇਹ ਦੱਸਦੇ ਹੈ ਕਿ ਸਕੈਨਿੰਗ ਕਰਾਈ ਸੀ ਜਿਹਦੇ 'ਚ ਪੇਟ 'ਚ ਰਸੋਲੀਆਂ ਆਈਆਂ, ਠੀਕ ਹੈ, ਰਸੋਲੀਆਂ ਸੀ। ਫਿਰ ਇਹਨਾਂ ਨੇ ਦਰਬਾਰ ਤੇ ਆ ਕੇ ਬੇਨਤੀ ਕੀਤੀ, ਮਾਲਕਾਂ ਦੀ ਰਹਿਮਤ ਲਈ ਨਿਆਜ਼ ਦੀ ਬੇਨਤੀ ਕੀਤੀ ਇਹਨਾਂ ਨੇ। ਤਾਂ ਮਾਲਕ ਦੀ ਇੰਨੀ ਕਿਰਪਾ ਹੋਈ ਕਿ ਹਾਲੇ ਹਫ਼ਤਾ ਕੁ ਪਹਿਲਾਂ ਦੀ ਗੱਲ ਹੀ ਦੱਸਦੇ ਹੈ ਕਿ ਰਸੋਲੀਆਂ ਸੀ। ਪਰ ਫਿਰ ਦੁਬਾਰਾ ਜਦੋਂ ਨਿਆਜ਼ ਦੀ ਬੇਨਤੀ ਕਰਕੇ ਸਕੈਨ ਕਰਾਈ ਤਾਂ ਦੂਜੀ ਸਕੈਨ ਵਿੱਚ ਸਭ ਕੁਝ ਕਲੀਅਰ ਆ ਗਿਆ ਕਿ ਕੋਈ ਪ੍ਰੋਬਲਮ ਨਹੀਂ ਹੈ। ਇਹ ਜੀਵ ਸਾਹਮਣੇ ਖੜੇ ਹੈ ਕਿਉਂਕਿ ਇਹਨਾਂ ਨੇ ਸਪੈਸ਼ਲ ਸੇਵਾਦਾਰਾਂ ਨੂੰ ਕਿਹਾ ਕਿ ਮਾਲਕ ਸੰਗਤ ਨੂੰ ਜ਼ਰੂਰ ਦੱਸ ਦੇਣ ਕਿ ਜੋ ਮਾਲਕਾਂ ਨੇ ਸਾਡੇ ਤੇ ਰਹਿਮਤ ਕੀਤੀ ਹੈ। ਸੋ ਇਹ ਰਹਿਮਤਾਂ ਦਾ ਘਰ ਹੈ। ਅਗਰ ਵਿਸ਼ਵਾਸ ਨਾਲ, ਪ੍ਰੇਮ ਨਾਲ ਇਨਸਾਨ ਮਾਲਕ ਦੇ ਘਰ 'ਚ ਆ ਕੇ ਸੱਚੇ ਦਿਲੋਂ ਬੇਨਤੀ ਕਰਦਾ ਹੈ ਤਾਂ ਫਿਰ ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਕਿ ਉਹਦੀ ਰਹਿਮਤ ਨਾ ਹੋਵੇ। ਔਰ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਕੰਮ ਉਹਦੀ ਰਹਿਮਤ ਨੇ, ਉਹਦੀ ਕਿਰਪਾ ਨੇ ਕਰ ਦੇਣਾ ਹੈ, ਉਹ ਕੰਮ ਦੁਨੀਆ ਦੀ ਹੋਰ ਕੋਈ ਚੀਜ਼ ਨਹੀਂ ਕਰ ਸਕਦੀ। ਕਿਉਂਕਿ ਇਹ ਸੰਸਾਰ ਵੀ ਤਾਂ ਉਹਦੀ ਰਹਿਮਤ ਨਾਲ ਹੀ ਚੱਲ ਰਿਹਾ ਨਾ। ਨਹੀਂ ਤਾਂ ਇੱਥੇ ਡਾਕਟਰ ਸਾਹਿਬ ਵੀ ਬੈਠੇ ਹੈ, ਡਾਕਟਰ ਰਵਜੋਤ ਵੀ ਸਾਡੇ ਕੋਲ ਆਏ ਹੈ, ਔਰ ਡਾਕਟਰ ਪਰਮਿੰਦਰ ਯੂਐਸਲੇ ਸਿਵਲ ਸਰਜਨ ਰੋਪੜ ਹੈ, ਉਹ ਵੀ ਬੈਠੇ ਹੈ। ਨਹੀਂ ਤਾਂ ਇਹਨਾਂ ਨੂੰ ਪੁੱਛਿਆ ਜਾਵੇ ਕਿ ਭਾਈ ਇਹ ਦੱਸੋ ਕਿ ਜਦੋਂ ਡਾਕਟਰ ਦੇ ਕੋਲ ਮਰੀਜ਼ ਆਉਂਦਾ ਦਵਾਈ ਲੈਣ ਤਾਂ ਕੀ ਡਾਕਟਰ ਗਰੰਟੀ ਦੇ ਸਕਦਾ ਹੈ ਕਿ ਮੈਂ ਤੈਨੂੰ ਠੀਕ ਕਰ ਦੂੰ? ਪੂਰੀ ਗਰੰਟੀ ਹੈ ਮੇਰੀ। ਡਾਕਟਰ ਵੀ ਕਹਿੰਦਾ ਮੈਂ ਦਵਾਈ ਦੇ ਸਕਦਾ, ਠੀਕ ਕਰਨਾ ਤਾਂ ਉਹ ਪਰਮਾਤਮਾ ਦੇ ਹੱਥ 'ਚ। ਮੈਂ ਸਿਰਫ ਕੋਸ਼ਿਸ਼ ਕਰ ਸਕਦਾ, ਦਵਾਈ ਦੇ ਸਕਦਾ ਹੈ। ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਡਾਕਟਰ ਦਵਾਈ ਦਿੰਦੇ ਹੈ ਪਰ ਦਵਾਈ ਦੇ ਬਾਵਜੂਦ ਵੀ ਉਹ ਮਰੀਜ਼ ਠੀਕ ਨਹੀਂ ਹੋ ਪਾਉਂਦਾ। ਤਾਂ ਫਿਰ ਡਾਕਟਰ ਕੀ ਕਹਿੰਦੇ, ਭਾਈ ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਪਰ ਬਾਕੀ ਤਾਂ ਉਹ ਮਾਲਕ ਦੇ ਹੱਥ 'ਚ ਹੈ। ਇਸ ਲਈ ਇੱਥੇ ਅੱਜ ਮੈਡੀਕਲ ਸਾਇੰਸ ਵੀ ਮੰਨਦੀ ਹੈ ਕਿ ਇਨਸਾਨ ਸਿਰਫ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦਾ ਹੈ, ਬੈਸਟ ਕੋਸ਼ਿਸ਼ ਕਰ ਸਕਦਾ ਹੈ, ਪਰ ਪੂਰੀ ਤਰ੍ਹਾਂ ਤਾਂ ਬੰਦਾ ਉਹਦੇ ਨਿਰਭਰ ਹੈ। ਇਸ ਲਈ ਕਹਿੰਦੇ ਨਾ ਕਿ ਬੰਦੇ ਦੀ ਕੋਸ਼ਿਸ਼ ਦੇ ਨਾਲ ਨਾਲ ਜਦੋਂ ਉਹਦੀ ਰਹਿਮਤ ਹੋ ਜਾਂਦੀ ਹੈ ਤਾਂ ਫਿਰ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ। ਇਸ ਲਈ ਹਰ ਇਨਸਾਨ ਨੂੰ ਉਹਦੀਆਂ ਰਹਿਮਤਾਂ ਦੀ ਜ਼ਰੂਰਤ ਹੈ, ਉਹਦੀਆਂ ਬਖਸ਼ਿਸ਼ਾਂ ਦੀ ਜ਼ਰੂਰਤ ਹੈ। ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੀ ਕਿ ਪਹਿਲਾਂ ਪੇਟ 'ਚ ਤਕਲੀਫ ਸੀ, ਦਰਦ ਸੀ, ਜਦੋਂ ਸਕੈਨਿੰਗ ਕਰਾਈ ਤਾਂ ਡਾਕਟਰ ਨੇ ਦੱਸਿਆ ਰਸੋਲੀ ਹੈ। ਔਰ ਇਹਨਾਂ ਨੇ ਫਿਰ ਨਿਆਜ਼ ਦੀ ਬੇਨਤੀ ਕੀਤੀ। ਸ਼ਾਇਦ ਡਾਕਟਰ ਨੇ ਦਵਾਈ ਆਪਰੇਸ਼ਨ ਬਾਰੇ ਵੀ ਇਹਨਾਂ ਨੂੰ ਕਿਹਾ ਹੋਏਗਾ। ਫਿਰ ਨਿਆਜ਼ ਦੀ ਬੇਨਤੀ ਕੀਤੀ ਇਹਨਾਂ ਨੇ, ਔਰ ਫਿਰ ਕਹਿੰਦੇ ਦੁਬਾਰਾ ਜਦੋਂ ਪੇਨ ਠੀਕ ਹੋਈ, ਨਿਆਜ਼ ਦੀ ਬੇਨਤੀ ਕੀਤੀ, ਦੁਬਾਰਾ ਚੈੱਕ ਕਰਾਇਆ ਤਾਂ ਦੂਸਰੀ ਸਕੈਨਿੰਗ ਬਿਲਕੁਲ ਨਾਰਮਲ ਆਈ ਕਿ ਕੋਈ ਰਸੋਲੀ ਨਹੀਂ ਹੈ। ਇਹ ਮਾਲਿਕ ਦੀ ਕਿਰਪਾ ਹੈ। ਕਿਉਂਕਿ ਜਿਹੜਾ ਸਾਨੂੰ ਬਣਾ ਸਕਦਾ ਹੈ ਨਾ, ਜੇ ਸਾਡੇ ਅੰਦਰ ਕੋਈ ਤਕਲੀਫ, ਦੁੱਖ, ਪ੍ਰੋਬਲਮ ਹੈ, ਉਹ ਠੀਕ ਵੀ ਉਹਨੂੰ ਕਰ ਸਕਦਾ ਹੈ। ਕਿਉਂਕਿ ਬਣਾਉਣ ਵਾਲਾ ਠੀਕ ਵੀ ਕਰਨ ਦੀ ਤਾਕਤ ਰੱਖਦਾ ਹੈ। ਇਸ ਲਈ ਬਸ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੀਏ। ਸੋ ਆਓ ਅੱਜ ਸਤਸੰਗ ਦੇ ਵਿੱਚ ਇਹੀ ਕੁਝ ਸਮਝਣਾ ਹੈ ਅਸੀਂ ਕਿ ਉਹਦੀ ਰਹਿਮਤ ਕੀ ਕੁਝ ਕਰ ਸਕਦੀ ਹੈ, ਕਿੱਦਾਂ ਨਾਮੁਮਕਿਨ ਤੋਂ ਅਸੀਂ ਮੁਮਕਿਨ ਤੱਕ ਪਹੁੰਚ ਸਕਦੇ ਹਾਂ, ਕਿਸ ਤਰ੍ਹਾਂ ਅਸਫਲਤਾ ਤੋਂ ਅਸੀਂ ਸਫਲਤਾ ਤੱਕ ਪਹੁੰਚ ਸਕਦੇ ਹਾਂ, ਕਿਸ ਤਰ੍ਹਾਂ ਨਾਕਾਮਯਾਬੀ ਤੋਂ ਅਸੀਂ ਕਾਮਯਾਬੀ ਤੱਕ ਪਹੁੰਚ ਸਕਦੇ ਹਾਂ। ਅੱਜ ਇਹੀ ਥੋੜਾ ਸਮਝਣਾ ਹੈ ਸਤਸੰਗ ਦੇ ਵਿੱਚ। ਸੋ ਤਿਆਰ ਹੋ ਫਿਰ? ਸੋ ਆਓ ਫਿਰ
ਹੁਣ सत्संग की शुरुआत करिए और मालिक दी रहमतां नूं प्राप्त करके अपना जीवन सफल बनाइए। जय मालिकां दी, जय मालिकां दी, जय मालिकां दी। शुरू करते हाँ उस दो जहान दे पालनहार का नाम लैके जो सब ते बहुत ही रहमतां और बख्शिशां करने वाला है। अज दा सत्संग शुरू करिए। उस तो पहले एक बार फिर अज दिवाली दियां तुहानूं बहुत बहुत बधाइयां, बहुत बहुत मुबारकां। और उस दे नाल नाल अज एक होर दिवस भी है। पता किहड़ा दिवस है अज? क्योंकि दिवाली तो है ही, उस दे नाल नाल बंदी छोड़ दिवस भी है। इसलिए तुहानूं सारिआं नूं बंदी छोड़ दिवस दियां भी बहुत बहुत बधाइयां, बहुत बहुत मुबारकां। क्योंकि ये वो दिन सी जदों किले दे अंदर 52 राजे कैद सी, तो श्री गुरु हरगोबिंद राय जी दे दामन नूं पकड़ के ही उस कैद तो मुक्त होए सी, उन्होंने मुक्ति मिली सी। इसलिए दिन नूं बंदी छोड़ दिवस भी कहा जाता है। और ये इशारा भी दिंदा है, ये अज दा दिवस की इशारा दिंदा है कि हर इंसान दुखां चिंतावां परेशानियां दे किले च कैद है। जिद्दां वो राजे किले च कैद सी, समझदे हो कि नहीं? और वो किले दी कैद विच बड़ियां तकलीफां, बड़े दुख पा रहे सी। पर जदों उन्हां नूं गुरु दी छोह मिली, यानी गुरु दा संग मिलिया, तो गुरु के स्पर्श के नाल, गुरु के संग के नाल ही उन्हां दी वो सारियां तकलीफां परेशानियां दुखां दी मुक्ति हो गई और उन्हां नूं वो कैद चों छुटकारा मिल गया। क्योंकि इत्थे ये साखी का तो सारिआं नूं पता है, इसलिए बस इशारा समझना है असीं कि जिस तरह वो 52 राजे गुरु चरनां नाल जुड़े, गुरु के दामन नूं पकड़ लिया, तो फिर वो सारे उस कैद तो मुक्त हो गए। इसी तरह अगर इंसान अपने जीवन को देखता है तो इंसान भी चिंतावां तकलीफां दुखां परेशानियां दे ऐसे किले दे अंदर कैद है कि जिहदे च पिया पिया वो बड़ियां तकलीफां पा रहा है, बड़ा परेशान है। हुण अगर उस कैद तो मुक्त होना चाहता है तो ये अज दा दिवस इशारा करता है कि प्यारिया, जिद्दां वो राजे गुरु चरणों नाल जुड़ के उन्हां दे दामन नूं पकड़ के वो विपता तो मुक्त हो गए, उन्हां नूं उस कैद तो मुक्ति मिल गई। अगर तुम ही अपने जीवन दीयां तकलीफां दुखां परेशानियां तो मुक्त होना चाहता है तो फिर गुरु दे मुर्शद दे दामन नूं पकड़ लै। क्योंकि गुरु चरणों नाल जुड़ के ही, गुरु दामन नाल लग के ही तू अपनियां मुश्किलां दे किले चों आजाद हो सकता है। समझदे हो कि? इसलिए अज दा दिन बड़ा खुशियां दा दिन है, बड़ा रहमतां दा दिन है, बख्शिशां दा दिन है। इसलिए अज असीं थोड़ा इस दिन की गहराई नूं भी समझना है। और जिस तरह ये भी सारे नूं पता है कि अज दीपावली क्यों मनाई जाती है, क्योंकि 14 साल का बनवास कट के श्री राम अयोध्या वापस आए थे। समझदे हो कि नहीं? उन्होंने स्वागत विच अयोध्या वासियों ने दीपमाला की सी, अपने घरां ते दीपक जगा के दीवे जगा के उन्होंने खुशियां नाल स्वागत किया सी। हुण इत्थों भी एक शिक्षा मिलती है कि अगर असीं भी अपने जीवन दे विच खुशियां चाहते हैं, कामयाबी चाहते हैं, सफलता चाहते हैं, तो जिद्दां अयोध्या वासियों ने राम दे आण की खुशी च वो दीपक जगाए सी, स्वागत किया सी, अज सानू भी कुछ ऐसे दीवे अपने जीवन च जगाने पैणगे ताकि साडे जीवन च भी वो खुशियां दा दाता राम अवतरित होवे। क्योंकि इत्थे फिर गल क्लीयर करांगे, जिद्दां कबीर साहब ने कहा ना कि एक राम दशरथ घर डोले, एक राम घट घट में बोले। कबीर साहब कहते मैं उस राम की गल कर रहा हाँ
ਜਿਹੜਾ ਘਟ ਘਟ ਦੇ ਅੰਦਰ, ਘਟ ਘਟ ਦਾ ਮਤਲਬ ਜੋ ਤੁਹਾਡੇ ਅੰਦਰ ਵੀ ਹੈ, ਸਾਡੇ ਅੰਦਰ ਵੀ ਹੈ, ਔਰ ਦੁਨੀਆ ਦੀ ਹਰ ਸ਼ੈ ਦੇ ਅੰਦਰ ਵਸਣ ਵਾਲਾ ਉਹ ਰਾਮ। ਔਰ ਜਿਹਨੂੰ ਗੁਰੂਆਂ ਨੇ ਕਿਹਾ ਕਿ ਸਭ ਸੁਖ ਦਾਤਾ ਰਾਮ ਹੈ, ਦੂਸਰਾ ਨਾ ਹੈ कोई, वो इशारा उस राम प्रभु भगवान परमात्मा की तरफ है, उस मालिक की तरफ वो इशारा है। इसलिए अगर ऐसे कुछ ऐसे कर्म करांगे तो जरा ध्यान देना, जदा यही दसिया कि दिवाली नूं दीपक जगाए जाते हैं, अगर ऐसी कुछ ऐसियां आदतां दे कुछ ऐसे कर्मां दे दीपक जगा लवांगे तो साडे जीवन च भी वो राम जरूर आउणगे, वो जीवन च खुशियां जरूर आउणगियां। और ये दीवे जगाण की कला सानू गुरु रहबर संत फकीर ही दस सकते हैं कि भाई केड़ा दीवा जगाण दे नाल तेरे जीवन च वो खुशियां दे दाते ने आना है। अज थोड़ा जिहा उही समझना है, जिहदा एक शब्द अंदर भी बड़ा प्यारा दसिया है कि दुख दर्द चिंता घनी, दुख दर्द चिंता घनी रहा अंधेरा छाए, कि जीवन दे विच दुख भी बड़े सी, चिंतावां भी बड़ियां सी, और चिंता परेशानी दे नाल इदां मेरा जीवन भरिया सी जिद्दां अमावस्या दी काली रात दा अंधकार चारों तरफ छाया हुंदा, कुछ नजर ही नहीं आंदा। इसी तरह मेरे जीवन च भी दुख दर्द चिंता घनी रहा अंधेरा छाए, कि दुखां दा दर्दां दा चिंतावां दा इदां दा अंधकार सी मेरे जीवन च कि समझ ही नहीं आंदी सी किधर जावां, मैं किस तरह खुशियां नूं, किस तरह खुशियां दी मंजिल नूं हासिल करा, कोई रास्ता ही नजर नहीं आ रहा सी। फिर की होया, फिर की होया ऐसा कि वो अंधेरा दूर हो गया। तो हुण जरा समझना अगली लाइन च शब्द च की दसिया है कि दुख दर्द चिंता घनी रहा अंधेरा छाए, साहस प्रेम विश्वास का सतगुरु दिया जलाए। हुण जरा समझना, ये बड़ा प्यारा पॉइंट है कि जदों इंसान के जीवन च दुख चिंतावां निराशावां परेशानियां घनियां हो जांदियां है, इंसान नूं कुछ समझ नहीं आंदा की करा किधर जावां, तो फिर जदों इंसान नूं मुर्शद की प्राप्ति हुंदी है, जदों इंसान गुरु चरनां नाल जुड़दा है, मुर्शद दे नाल जुड़दा है, तो फिर मुर्शद किहड़ा दीवा साडे अंदर जगांदा है, साहस प्रेम विश्वास का सतगुर दिया जगाए। फिर सतगुर की करता है, जदों इंसान निराश हुंदा है, चिंतित हुंदा है, परेशान हुंदा है, कोई मार्ग नजर नहीं आता, तो सतगुरु कहता फिक्र ना कर, चिंता ना कर, निराश ना हो, उदास ना हो, अपने मालिक ते विश्वास रख, अपने मालिक ते यकीन रख, भरोसा रख। क्योंकि जे तेरे जीवन च मुश्किल है, परेशानी है, चिंता है, तो अपने अंदर विश्वास रख कि मेरा मालिक भी हर कदम ते मेरे नाल है, मैनू डरन की चिंता करने की कोई जरूरत नहीं है। जिहदा स्वामी विवेकानंद जी के जीवन का एक बड़ा प्यारा किस्सा याद आ गया सानू कि स्वामी विवेकानंद की उम्र उस वेले तकरीबन 9 या 10 साल के करीब होनी है। तो स्वामी विवेकानंद उन्होंने पिता सी विश्वनाथ दत्ता। स्वामी विवेकानंद जी के पिता जी का नाम की सी? विश्वनाथ दत्ता। तो वो स्वामी विवेकानंद जी जो पिताजी सी वो भी बड़े नेक सी और बड़े परमात्मा नूं मनण वाले सी। और उन्होंने एक कोशिश हुंदी सी कि मेरे जिन्ने भी बच्चे ने साहसी बनन। की बनन? साहसी। ये डरन वाले ना होण, क्योंकि पता है जेड़े माता पिता समझदार होणगे ना, उन्हें पता है कि जे साडे बच्चे डरन वाले बन गए तो जीवन च कदी ये कामयाब नहीं हो सकते। इसलिए वो कुछ ना कुछ ऐसा करांदे रहिंदे सी अपने बच्चों तो कि जिहड़ा बच्चों का साहस वधदा रहे। एक दिन उन्होंने अपने बेटे विवेकानंद नूं बुलाया, क्योंकि पहला स्वामी विवेकानंद जी का की नाम सी? नरेंद्र। समझ दो कि नहीं? तो उन्होंने बुलाया कि बेटा, जदों 9 या 10 साल की उम्र सी तो उन्होंने पिता जी ने बुलाया, कहते इस तरह करना बेटा, भगवान की पूजा करनी है और वो वास्ते जंगल चों फुल लैके आने हैं। हुण 9 या 10 साल के बच्चे नूं एक छोटी जी टोकरी फड़ा दी कि लै जंगल चों जाके फुल तोड़ के लिया और देख कल्ले ने जाना है तू। हुण बाप नूं बेटा इनकार नहीं उस वेले करदा सी। अजकल तो चलो बच्चे कह भी दिंदे मैं नहीं करना तुसीं कर लो, पर वो समा सी जदों बच्चे अपने माता पिता का हर हुक्म मनदे सी। हुण बेटे ने
विवेकानंद जी ने टोकरी पकड़ ली और बाप दे कहने अनुसार जंगल की तरफ घरों चल पे। और बंगाल के जंगल भी बड़े खतरनाक, जिथे कहते ना बंगाली टाइगर, जंगलों में शेर भी है, जंगलों के कई प्रकार के जानवर भी है। पर बाप ने विश्वनाथ जी ने भेज दिता कि जा बेटा, अज भगवान की पूजा करनी है और ये वास्ते फुल जंगल चो तू चुन के लियाने और फुल ताज़ा होने चाहिए, सुक्के नहीं होने चाहिए। हुण विवेकानंद जी कहते वो टोकरी लैके तुरता पे, 10 साल का बच्चा तुरता पिया, पर मन च एक डर है जंगल, क्योंकि पता है बच्चों भी कि जंगल च जानवर भी होंगे है, जंगल च कई प्रकार के खतरनाक पशु पंछी होंगे है। पर हुण बाप नूं इनकार भी नहीं कर सकते सी, इसलिए टोकरी लैके तुर पे। हुण जदों विवेकानंद जी टोकरी लैके जा रहे हैं, और ये घटना विवेकानंद जी अपने सेवकों को सुना रहे थे एक दिन, क्योंकि उन्होंने अपने सेवकों को दसिया, अपने साथियों को यह घटना सुना रहे थे कि जदों मैं टोकरी लैके जा रहा सी तो मेरे अंदर बड़ा डर सी कि किते कोई जानवर ना आ जाए। मैं बड़ा डर रहा सी, पर बाप के हुक्म नूं मैं मोड़ भी नहीं सकता सी, बाप नूं मना भी नहीं कर सकता सी कि पिता जी मैनूं डर लगता, मैं नहीं जाना। हुण बाप ने कहा तू अज फुल लैके आने, इसलिए बाप की आग्ञा मन के मैं टोकरी लैके तुरता पिया, पर अंदरों मेरा दिल, मेरे पैर कंब रहे थे। तुरता तुरता मैं जंगल च थोड़ा जिहा अगे गया सी घर तो दूर, कि मेरा दिल इन्ना डर गया कि मैं सोचा वापस चला जावां। कहते मेरे पैर कंबन लग गए और मैं सोचा वापस चला जावां, पर जिद्दे ही मैं वापस जाने वास्ते पिछे रास्ता देखने वास्ते धौन घुमाई तो अचानक मेरी नजर किधर गई कि की मैं देखिया। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।